Hello students, how are you? We are reading second lesson, where is science taking us? And we have read so far. ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ. Let's start the next part of this lesson. Let's read. What is really needed in the world today, perhaps more than ever before, is not some new world-shattering discovery in nuclear physics or some breathtaking discovery in chemistry or medicine. ਅੱਜ ਦੁਨੀਆ ਦੇ ਵਿੱਚ, ਅੱਜ ਵਰਲਡ ਦੇ ਵਿੱਚ ਅਸਲ ਵਿੱਚ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ? ਸ਼ਾਇਦ ਪਹਿਲਾਂ ਦੇ ਸਮੇਂ ਨਾਲੋਂ ਜ਼ਿਆਦਾ ਉਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ. ਉਹ ਕੋਈ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਵਰਲਡ ਸ਼ੈਟਰਿੰਗ ਡਿਸਕਵਰੀ ਦੀ ਨਹੀਂ ਹੈ. ਉਹ ਕੋਈ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਕਿਸੇ ਵਿਸ਼ਵ ਵਿਨਾਸ਼ਕ ਖੋਜ ਦੀ ਨਹੀਂ ਹੈ, ਔਰ ਨਾ ਹੀ ਕੈਮਿਸਟਰੀ ਔਰ ਮੈਡੀਸਨ ਦੇ ਵਿੱਚ, ਔਰ ਨਾ ਹੀ ਕੈਮਿਸਟਰੀ ਔਰ ਮੈਡੀਸਨ ਦੇ ਵਿੱਚ ਕਿਸੇ ਹੈਰਾਨੀਜਨਕ ਖੋਜ ਦੀ ਹੈ. ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ. ਕਿਸ ਚੀਜ਼ ਦੀ ਲੋੜ, ਉਹ ਅੱਗੇ ਜਾ ਕੇ ਪਤਾ ਲੱਗੇਗਾ. ਦ ਐਡਵਾਂਸ ਫੋਰ ਵਿਚ ਦੀ ਵਰਲਡ ਇਜ਼ ਵੇਟਿੰਗ, ਉਹ ਤਰੱਕੀ, ਉਹ ਉન્નਤੀ ਜਿਸ ਦੀ ਸੰਸਾਰ ਵੇਟ ਕਰ ਰਿਹਾ ਹੈ. ਬਿਯੋਂਡ ਐਨੀ ਡਾਊਟ, ਬਿਨਾਂ ਕਿਸੇ ਸ਼ੱਕ ਦੇ, ਇਜ਼ ਅ ਸਮਾਲ ਐਡਵਾਂਸ, ਇੱਕ ਛੋਟੀ ਜਿਹੀ ਉન્નਤੀ. ਅ ਸਲਾਈਟ ਐਡਵਾਂਸ, ਸਿਰਫ ਥੋੜ੍ਹੀ ਜਿਹੀ ਉન્નਤੀ. ਉਹ ਕਿਸ ਚੀਜ਼ ਵਿੱਚ ਹੋਣੀ ਚਾਹੀਦੀ ਹੈ? ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ? ਚੈਰਿਟੀ ਦੇ ਵਿੱਚ ਉન્નਤੀ ਹੋਣੀ ਚਾਹੀਦੀ ਹੈ. ਇਨ ਚੈਰਿਟੀ, ਦਾਨਸ਼ੀਲਤਾ ਦੇ ਵਿੱਚ. ਅੰਡਰਸਟੈਂਡਿੰਗ, ਸਮਝ ਦੇ ਵਿੱਚ. ਫੋਰਬੀਰੈਂਸ, ਧੀਰਜ ਦੇ ਵਿੱਚ. ਟੋਲਰੈਂਸ, ਸਹਿਨਸ਼ੀਲਤਾ ਦੇ ਵਿੱਚ. ਜਸਟਿਸ, ਨਿਆਂ ਦੇ ਵਿੱਚ. ਔਰ ਮਰਸੀ, ਦਇਆ ਦੇ ਵਿੱਚ. ਇਹਨਾਂ ਚੀਜ਼ਾਂ ਵਿੱਚ ਥੋੜ੍ਹੀ ਜਿਹੀ ਤਰੱਕੀ ਦੀ ਲੋੜ ਹੈ. ਦੈਟ ਇਜ਼ ਵਟ ਦੀ ਵਰਲਡ ਇਜ਼ ਵੇਟਿੰਗ ਫੋਰ, ਜਿਸ ਦੀ ਸੰਸਾਰ ਵੇਟ ਕਰ ਰਿਹਾ ਹੈ. ਔਰ ਵੇਟਿੰਗ ਵੀ, ਐਂਡ ਵੇਟਿੰਗ ਰੈਦਰ ਐਂਕਸ਼ਸਲੀ, ਔਰ ਵੇਟ ਵੀ ਬਹੁਤ ਜ਼ਿਆਦਾ ਉਤਸੁਕਤਾ ਨਾਲ ਕਰ ਰਿਹਾ ਹੈ. ਬਟ ਚੈਰਿਟੀ ਐਂਡ ਟੋਲਰੈਂਸ ਐਂਡ ਫੋਰਬੀਰੈਂਸ ਐਂਡ ਦੀ ਅੰਡਰਸਟੈਂਡਿੰਗ ਆਫ ਵਨ ਅਨਦਰ ਆਰ ਨॉन ਮਟੀਰੀਅਲ ਮੈਟਰਸ. ਲੇਕਿਨ ਜੋ ਇਹ ਚੀਜ਼ਾਂ ਨੇ, ਜੋ ਦਾਨਸ਼ੀਲਤਾ ਹੈ, ਜੋ ਟੋਲਰੈਂਸ ਸਹਿਨਸ਼ੀਲਤਾ ਹੈ, ਜੋ ਧੀਰਜ ਹੈ, ਫੋਰਬੀਰੈਂਸ, ਔਰ ਜੋ ਇੱਕ ਦੂਸਰੇ ਦੀ ਸਮਝ ਹੈ, ਅੰਡਰਸਟੈਂਡਿੰਗ ਆਫ ਵਨ ਅਨਦਰ, ਇਹ ਸਾਰੀਆਂ ਕਿਹੜੀਆਂ ਚੀਜ਼ਾਂ ਹਨ? ਨॉन ਮਟੀਰੀਅਲ, ਇਹ ਭੌਤਿਕ ਵਸਤੂਆਂ ਹਨ. ਐਂਡ ਇਨ ਨॉट ਮਟੀਰੀਅਲ ਥਿੰਗਸ, ਔਰ ਨॉन ਮਟੀਰੀਅਲ ਥਿੰਗਸ ਦੇ ਵਿੱਚ, ਇਹ ਭੌਤਿਕ ਵਸਤੂਆਂ ਦੇ ਵਿੱਚ. ਇਨ ਦ ਸਿੰਪਲਸਟ ਸੋਸ਼ਲ ਥਿੰਗਸ, ਸਭ ਤੋਂ ਸਧਾਰਨ, ਸਿੰਪਲਸਟ, ਸਭ ਤੋਂ ਸਧਾਰਨ ਸਮਾਜਿਕ ਚੀਜ਼ਾਂ ਦੇ ਸੰਬੰਧ ਵਿੱਚ. ਸਾਇੰਸ ਹੈਜ਼ ਬੀਨ ਹੈਲਪਲੈਸ, ਸਾਇੰਸ ਬਿਲਕੁਲ ਕੀ ਰਿਹਾ ਹੈ? ਬੇਬਸ ਰਿਹਾ ਹੈ. ਇਟ ਕੈਨ ਨਾਟ ਈਵਨ ਹੈਲਪ ਅਸ ਟੂ ਡਿਸਟਿੰਗੁਇਸ਼ ਗੁੱਡ ਫਰੋਮ ਈਵਲ. ਔਰ ਇਹ ਜੋ ਸਾਇੰਸ ਹੈ, ਉਹ ਸਾਡੀ ਮਦਦ ਨਹੀਂ ਕਰ ਸਕਦੀ. ਕਿਸ ਦੇ ਵਿੱਚ? ਜੋ ਸਾਇੰਸ ਹੈ, ਉਹ ਬੁਰਾਈ ਔਰ ਚੰਗਿਆਈ ਵਿੱਚ ਡਿਸਟਿੰਗੁਇਸ਼, ਅੰਤਰ ਕਰਨ ਵਿੱਚ ਵੀ ਸਾਡੀ ਹੈਲਪ ਨਹੀਂ ਕਰ ਸਕਦਾ. ਮੇ ਬੀ ਦਿਸ ਵਿਲ ਨਾਟ always be so, ਸ਼ਾਇਦ ਹਮੇਸ਼ਾ ਇਸ ਤਰ੍ਹਾਂ ਨਹੀਂ ਰਹੇਗਾ. ਕੌਣ ਜਾਣਦਾ ਹੈ? who knows? It is quite probable that someday science will effect an improvement in the human brain itself. और it is quite probable, शायद संभव होएगा, शायद संभावना है कि जो साइंस है, जो विज्ञान है, वो किसी दिन someday, किसी दिन will affect एन इम्प्रूवमेंट इन द ह्यूमन ब्रेन इटसेल्फ. अजਿਹੀ बहुत संभावना है कि जो साइंस है वो किसी दिन ह्यूमन ब्रेन, किसी दिन इंसानी दिमाग ਵਿੱਚ सुधार ਲੈ ਆਵੇ. नॉट अ स्ट्रक्चरल इंप्रूवमेंट, दिमाग ਦੀ ਬਣਾਵਟ ਵਿੱਚ ਨਹੀਂ. नॉट अ स्ट्रक्चरल इंप्रूवमेंट, जो सुधार ਹੋਵੇਗਾ ਉਹ ਦਿਮਾਗ ਦੀ ਬਣਾਵਟ ਵਿੱਚ ਨਹੀਂ. for in structure, the human brain is the greatest miracle of all. ਜੇ ਆਪਾਂ ਸਟਰਕਚਰ ਦੀ ਗੱਲ ਕਰੀਏ, ਸਟਰਕਚਰ ਦੇ ਆਧਾਰ 'ਤੇ, ਬਣਾਵਟ ਦੇ ਆਧਾਰ 'ਤੇ ਜੋ ਮਨੁੱਖੀ ਦਿਮਾਗ ਹੈ, ਉਹ ਸਭ ਤੋਂ ਵੱਡਾ ਅਜੂਬਾ ਹੈ, ਮਿਰਾਕਲ ਹੈ, ਸਭ ਤੋਂ ਵੱਡਾ ਚਮਤਕਾਰ ਹੈ. ਇਟਸ ਅੰਡਰਸਟੈਂਡਿੰਗ ਵਿਲ ਕਮ ਲਾਸਟ, ਇਸ ਦੀ ਸਮਝ ਲਾਸਟ ਵਿੱਚ ਆਵੇਗੀ. ਇਸ ਨੂੰ ਸਮਝ ਪਾਣਾ ਸਭ ਤੋਂ ਅੰਤਿਮ ਗੱਲ ਹੋਵੇਗੀ. ਬਟ ਦੇਅਰ might
will be a functional improvement, ਪਰ ਇਸ ਵਿੱਚ ਫੰਕਸ਼ਨਲ ਇੰਪਰੂਵਮੈਂਟ, ਪਰ ਇਸ ਵਿੱਚ ਕਿਰਿਆਤਮਕ ਜੋ ਸੁਧਾਰ ਹੈ ਉਹ ਲਿਆਇਆ ਜਾ ਸਕਦਾ ਹੈ। that is far from fantastic, ਇਹ ਕੋਈ ਬਹੁਤ ਅਜੀਬ ਗੱਲ ਨਹੀਂ ਹੈ। the advances in science might one day will increase the capacity and reasoning power of the human brain, ਔਰ ਵਿਗਿਆਨ ਵਿੱਚ ਹੋਣ ਵਾਲੀਆਂ ਤਰੱਕੀਆਂ, ਦੀ ਐਡਵਾਂਸ ਇਨ ਸਾਇੰਸ, ਵਿਗਿਆਨ ਵਿੱਚ ਹੋਣ ਵਾਲੀਆਂ ਜੋ ਐਡਵਾਂਸਸ ਨੇ, ਜੋ ਤਰੱਕੀਆਂ ਨੇ, ਸ਼ਾਇਦ ਉਹ ਇੱਕ ਦਿਨ ਮਨੁੱਖੀ ਹਿਊਮਨ ਬ੍ਰੇਨ, ਮਨੁੱਖੀ ਦਿਮਾਗ ਦੀ ਕਪੈਸਿਟੀ, ਸਮਰੱਥਾ ਔਰ ਇਸ ਦੀ ਰੀਜ਼ਨਿੰਗ ਪਾਵਰ, ਇਸ ਦੀ ਤਰਕ ਸ਼ਕਤੀ ਨੂੰ ਵੀ ਵਧਾ ਦੇਵੇ, ਇਨਕਰੀਜ਼ ਕਰ ਦੇਵੇ। I should say there is little doubt that man will one day improve on the natural man, और I should say ਇਹ ਮੈਨੂੰ ਕਹਿਣਾ ਚਾਹੀਦਾ ਹੈ ਕਿ ਇਸ ਗੱਲ ਵਿੱਚ ਲਗਭਗ ਕੋਈ ਸ਼ੱਕ ਨਹੀਂ, there is little doubt, ਇਸ ਗੱਲ ਵਿੱਚ ਕੋਈ ਵੀ ਡਾਊਟ ਨਹੀਂ ਕਿ that man will one day improve, ਕਿ ਜੋ ਮਨੁੱਖ ਉਹ ਆਪਣੇ ਨੈਚੁਰਲ, ਆਪਣੇ ਸੁਭਾਵਿਕ ਰੂਪ ਤੋਂ ਬਿਹਤਰ ਬਣ ਜਾਵੇਗਾ। that man will one day improve, ਕਿ ਜੋ ਵਿਅਕਤੀ ਹੈ, ਜੋ ਮਨੁੱਖ ਆਪਣੇ ਸੁਭਾਵਿਕ ਰੂਪ ਤੋਂ, ਨੈਚੁਰਲ ਮੈਨ, ਸੁਭਾਵਿਕ ਰੂਪ ਤੋਂ ਵਧੀਆ ਬਣ ਜਾਵੇਗਾ, ਬਿਹਤਰ ਬਣ ਜਾਵੇਗਾ। ਔਰ ਰੇਜ਼ ਇਜ਼ ਇੰਟੈਲੈਕਚੁਅਲ ਸਟੇਟਸ, ਔਰ ਆਪਣੇ ਬੌਧਿਕ ਪੱਧਰ ਨੂੰ ਉੱਚਾ ਚੁੱਕ ਲਵੇਗਾ। ਇੰਟੈਲੈਕਚੁਅਲ, ਬੌਧਿਕ ਪੱਧਰ ਨੂੰ ਰੇਜ਼ ਕਰ ਲਵੇਗਾ, ਉੱਚਾ ਚੁੱਕ ਲਵੇਗਾ। ਐਂਡ ਗਿਵ ਹਿਮ ਗ੍ਰੇਟਰ ਪਾਵਰ ਆਫ ਰੀਜ਼ਨਿੰਗ ਐਂਡ ਅੰਡਰਸਟੈਂਡਿੰਗ, ਔਰ ਖੁਦ ਨੂੰ ਪਾਵਰ ਆਫ ਰੀਜ਼ਨਿੰਗ, ਖੁਦ ਨੂੰ ਤਰਕ ਕਰਨ ਔਰ ਸਮਝਣ ਦੀ ਬਿਹਤਰ ਸ਼ਕਤੀ ਪ੍ਰਦਾਨ ਕਰ ਲਵੇਗਾ। ਹੀ ਮਾਈਟ ਹੈਵ ਸਫੀਸ਼ੀਐਂਟ ਰੀਜ਼ਨ ਐਂਡ ਅੰਡਰਸਟੈਂਡਿੰਗ ਟੂ ਅਬੋਲਿਸ਼ ਵਾਰ, ਔਰ ਉਸ ਦੇ ਕੋਲ ਸ਼ਾਇਦ ਇੰਨਾ ਰੀਜ਼ਨ, ਸ਼ਾਇਦ ਇੰਨਾ ਤਰਕ ਔਰ ਇੰਨੀ ਅੰਡਰਸਟੈਂਡਿੰਗ ਆ ਜਾਵੇ, ਇੰਨੀ ਸਮਝ ਆ ਜਾਵੇ ਕਿ ਉਹ ਯੁੱਧ ਨੂੰ ਖਤਮ ਕਰ ਦੇਵੇ, ਕਿ ਉਹ ਵਾਰ ਨੂੰ ਅਬੋਲਿਸ਼ ਕਰ ਦੇਵੇ, ਖਤਮ ਕਰ ਦੇਵੇ। whether that will be so, ਕਿ ਇਸ ਤਰ੍ਹਾਂ ਹੋਵੇਗਾ। whether and when he will have a better understanding of his fellow men, ਕਿ ਉਸ ਨੂੰ ਆਪਣੇ ਸਾਥੀ ਜੀਵਾਂ ਦੀ, ਕਿ ਉਸ ਨੂੰ ਆਪਣੇ ਫੈਲੋ ਮੈਨ, ਸਾਥੀ ਜੀਵਾਂ ਦੇ ਬਾਰੇ ਵਿੱਚ ਬਿਹਤਰ ਸਮਝ ਪ੍ਰਾਪਤ ਹੋ ਜਾਵੇਗੀ, ਬੈਟਰ ਅੰਡਰਸਟੈਂਡਿੰਗ ਉਸ ਨੂੰ ਮਿਲ ਜਾਵੇਗੀ। that remains to be seen, ਇਹ ਗੱਲਾਂ ਹਾਲੇ ਦੇਖਣਾ ਬਾਕੀ ਹੈ। that remains to be seen, ਇਹਨਾਂ ਨੂੰ ਵੇਖਣਾ ਅਜੇ ਬਾਕੀ ਹੈ। it brings us back to the question, ਇਸ ਨਾਲ ਅਸੀਂ ਦੁਬਾਰਾ ਉਸ ਪ੍ਰਸ਼ਨ 'ਤੇ ਆ ਜਾਂਦੇ ਹਾਂ ਕਿ ਸਾਇੰਸ ਸਾਨੂੰ ਕਿੱਥੇ ਲੈ ਕੇ ਜਾ ਰਿਹਾ। where is science taking us? despite the present vicissitudes, we are going somewhere, ਔਰ ਪ੍ਰੈਜ਼ੈਂਟ ਵਿਸਿਟਿਊਡਸ, ਔਰ ਵਰਤਮਾਨ ਦੇ ਉਤਰਾਅ ਚੜਾਵਾਂ ਦੇ ਬਾਵਜੂਦ, ਵਿਸਿਟਿਊਡਸ ਦੇ ਬਾਵਜੂਦ, ਉਤਾਰ ਚੜਾਵਾਂ ਦੇ ਬਾਵਜੂਦ ਅਸੀਂ ਕਿਤੇ ਨਾ ਕਿਤੇ ਅੱਗੇ ਵੱਲ ਵੱਧ ਰਹੇ ਹਾਂ। we are going somewhere, ਔਰ there is trouble sometimes here, ਔਰ ਆਉਣ ਵਾਲਾ ਸਮਾਂ ਮੁਸ਼ਕਿਲਾਂ ਨਾਲ ਭਰਿਆ ਹੋਵੇਗਾ। but those who fear for the future are the craven in spirit, और पर जो लोग भविख दे, but those who fear for the future, पर ਉਹ ਲੋਕ ਜੋ ਭਵਿੱਖ ਦੇ ਵਿਸ਼ੇ ਵਿੱਚ ਡਰਦੇ ਹਨ, ਉਹ ਕੀ ਹਨ? are the craven in spirit, ਔਰ ਉਹ ਆਤਮਾ ਤੋਂ ਡਰਪੋਕ ਹਨ। ਉਹ ਸਪਿਰਿਟ ਤੋਂ, ਆਤਮਾ ਤੋਂ ਬਿਲਕੁਲ ਕੀ ਹਨ? ਡਰਪੋਕ ਹਨ। ਜੋ ਕਿਸ ਤੋਂ ਡਰਦੇ ਨੇ? ਆਉਣ ਵਾਲੇ ਸਮੇਂ ਤੋਂ। for life is becoming more and more interesting, intriguing and exciting, ਕਿਉਂਕਿ ਜੀਵਨ ਤਾਂ ਜ਼ਿਆਦਾ ਤੋਂ ਜ਼ਿਆਦਾ ਇੰਟਰਸਟਿੰਗ, ਜ਼ਿਆਦਾ ਤੋਂ ਜ਼ਿਆਦਾ ਰੋਚਕ, ਜ਼ਿਆਦਾ ਤੋਂ ਜ਼ਿਆਦਾ ਇੰਟਰੀਗਿੰਗ, ਜਟਿਲ, ਔਖਾ ਔਰ ਜ਼ਿਆਦਾ ਤੋਂ ਜ਼ਿਆਦਾ ਰੋਮਾਂਚਕ ਹੁੰਦਾ ਜਾ ਰਿਹਾ ਹੈ। ਆਈ ਵਿਸ਼ ਆਈ ਹੈਡ ਅਨਦਰ 100 years, ਔਰ ਜੋ ਔਥਰ ਹੈ ਉਹ ਕੀ ਕਹਿ ਰਿਹਾ ਹੈ? ਕਾਸ਼ ਉਸ ਦੇ ਕੋਲ 100 ਸਾਲ ਹੋਰ ਹੁੰਦੇ। ਥੈਂਕਸ।